ਇਹ ਜਿਹੜਾ ਅਖੜਪਨ ਔਰ ਜਾਨੀ ਜਿਹੜਾ ਇੱਕ ਆਪਣੀ ਗੱਲ ਤੇ ਖਲੋ ਜਾਣਾ ਇਹ ਤੁਹਾਡੇ ਵਿੱਚ ਵੀ ਹੈ ਥੋੜਾ। 400 साल 6000 साल 400 साल सिंध और हिंद इकट्ठे रहे या 1940 करारदाद पास हुई तो 1947 बन गया। ਯਾਨੀ ਇੱਕ ਹੀ ਟੱਬਰ ਚੋਂ ਸਭ ਤੋਂ ਛੋਟਾ ਕੈਦੀ ਵੀ ਚੌਧਰੀ ਇਤਜ਼ਾਜ਼ ਹਸਨ 11 ਮਹੀਨਿਆਂ ਦਾ ਤੇ ਚੌਧਰੀ ਬਾਵਲ ਬਖਸ਼ 82 ਸਾਲ ਦਾ। अस्सलाम वालेकुम। ਅਕਮਲ ਸ਼ਹਜ਼ਾਦ ਘੁੰਮਣ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇਹ ਪਾਕਿਸਤਾਨ ਦੇ ਨੌਜਵਾਨਾਂ ਦੇ ਮੈਂਟੋਰ ਔਰ ਇੱਕ ਲੰਬੀ ਸਿਆਸੀ ਜਦੋਜਹਿਦ ਔਰ ਕਈ ਸ਼ਖਸੀਅਤ ਦੇ ਹਵਾਲੇ ਜਿਹਦੇ ਵਿੱਚ ਇਹਨਾਂ ਦੀ ਸ਼ਾਇਰੀ, ਜਿਹਦੇ ਵਿੱਚ ਇਹਨਾਂ ਦਾ CSS ਨੂੰ ਟੌਪ ਕਰਨਾ, ਜਿਨ੍ਹਾਂ ਦੇ ਵਿੱਚ ਇਹਨਾਂ ਦੀ ਵਕਾਲਤ ਔਰ ਇੱਕ ਮਰੰਜਾ ਮਰੰਜ ਸ਼ਖਸੀਅਤ ਔਰ ਦਲੇਰ ਔਰ ਬਹਾਦਰ ਸਿਆਸਤਦਾਨ। ਬਾਕੀ ਗੱਲਾਂ ਇਹਨਾਂ ਦੇ ਨਾਲ ਕਰਨੇ ਜੇ ਤਾਰਫ ਦੇ ਵਿੱਚ ਹੀ ਪੈ ਗਏ ਤੇ ਸਾਰੀ ਗੱਲਬਾਤ ਇਹਦੇ ਵਿੱਚ ਹੀ ਨਿਕਲ ਜਾਏਗੀ। ਚੌਧਰੀ ਇਤਜ਼ਾਜ਼ ਹਸਨ, ਕੀ ਹਾਲ ਹੈ ਚੌਧਰੀ ਸਾਹਿਬ? ਠੀਕ ਠਾਕ? ठीक ਮਿਹਰਬਾਨੀ। ਮੈਂ ਕਿਹਾ ਕਿ ਕੋਈ ਇੱਕ ਉਹ ਤੁਹਾਡੇ ਰਵਾਇਤੀ ਇੰਟਰਵਿਊ ਤਾਂ ਹੁੰਦੇ ਰਹਿੰਦੇ ਨੇ ਜਿਹਦੇ ਵਿੱਚ ਪੋਲੀਟਿਕਸ ਤੇ ਜਾਂ ਉਹ ਹੋਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਤੇ ਮੈਂ ਕਿਹਾ ਇੱਕ ਅੱਜ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਵੀ ਇੱਕ ਤੁਹਾਡੇ ਨਾਲ ਗੱਪਸ਼ਪ ਲਾ ਲਈਏ। ਬੜੀ ਚੰਗੀ ਗੱਲ ਹੈ ਜੀ। ਤੇ ਚੋ ਸਾਹਿਬ ਤੁਸੀਂ ਵੈਸੇ ਤਾਂ ਸਭ ਨੂੰ ਪਤਾ ਹੈ ਕਿ ਤੁਸੀਂ ਕਿੱਥੇ ਪੈਦਾ ਹੋਏ, ਲੇਕਿਨ ਜ਼ਰਾ ਸਾਨੂੰ ਥੋੜਾ ਆਪਣੀ ਇਬਤਦਾਈ ਜ਼ਿੰਦਗੀ ਔਰ ਵਾਲਦੈਨ ਬਾਰੇ ਔਰ ਆਪਣੀ ਪੈਦਾਇਸ਼ ਬਾਰੇ ਦੱਸੋ ਕਿ ਕਿੱਥੇ ਤੁਸੀਂ। ਮੇਰੇ ਵਾਲਦੈਨ ਜਿਹੜੇ ਨੇ ਜੀ ਇਹ ਦੋਵੇਂ ਗੁਜਰਾਤ ਜ਼ਿਲ੍ਹੇ ਨਾਲ ਮੰਗੋਵਾਲ। ਤਾਲੁਕ ਸੀ। ਵਾਲਿਦ ਦਾ ਮੰਗੋਵਾਲ ਅੱਛਾ ਅੱਛਾ ਤੇ ਵਾਲਦਾ ਦਾ ਪਿੰਡ ਸੀ ਹਰੀਆਲਾ। ਅੱਛਾ, ਬਿਲਕੁਲ ਉਹ ਸੜਕ ਦੇ ਉੱਤੇ ਹੀ ਜਿਹੜਾ। ਸੜਕ ਦੇ ਉੱਤੇ, ਮੈਂ ਬਾਈਪਾਸ ਦੇ ਉੱਤੇ ਹੀ। ਬਿਲਕੁਲ ਸਹੀ। ਪਹਿਲਾਂ ਤੇ ਕੋਈ 2 ਮੀਲ ਦੂਰ ਸੀ ਗੁਜਰਾਤ ਤੋਂ, ਪਰ ਬਾਈਪਾਸ ਜਦੋਂ ਬਣੀ ਤੇ ਬਾਈਪਾਸ ਦੇ ਉੱਤੇ ਆ ਗਿਆ ਹਰੀਆਲਾ। ਬਿਲਕੁਲ ਸਹੀ। ਹਰੀਆਲਾ ਮੇਰਾ ਨਾਨਕਾ ਪਿੰਡ ਹੈ। ਅੱਛਾ ਅੱਛਾ। ਔਰ ਯਾਨੀ ਤੁਸੀਂ ਨਾਨਕੇ ਦਾਦਕਿਆਂ ਦੋਵਾਂ ਨੂੰ ਵੜਾਇਆ ਚੋ? ਦੋਵਾਂ ਵੱਲੋਂ ਬਣਾਇਆ ਚਾ। ਬਿਲਕੁਲ ਸਹੀ। ਤੇ ਵਾਲਦਾ ਨਾਨਾ ਮੇਰੇ ਬਣਾਏ ਸਨ ਤੇ ਨਾਨੀ ਮੇਰੀ ਸੰਧੂ ਸੀ। ਅੱਛਾ। ਉਹ ਹੈ ਜਿਹੜੇ ਸਰਦਾਰ ਮੋਕਲ ਨੇ। ਹਾਂਜੀ ਹਾਂਜੀ। ਕਸੂਰ ਵਾਲੇ ਤੇ ਪਤੋਕੀ ਤੇ ਮਾਂਗਾ, ਇਸ ਇਲਾਕੇ ਸਾਈਵਾਲ ਵੀ ਇਹਨਾਂ ਦੇ ਰਕਬੇ ਹਨ। ਉਹ ਉਸ ਖਾਨਦਾਨ ਵਿੱਚੋਂ ਸਰਦਾਰ ਅਬਦੁਲ ਰਸ਼ੀਦ ਸਨ, ਸਰਦਾਰ ਵਲੀ ਮੁਹੰਮਦ ਸਨ ਤੇ ਮੇਰੇ ਨਾਨਾ ਸਰਦਾਰ ਉਹ ਵੈਸੇ ਉਹ ਤੇ ਚੌਧਰੀ ਕਹਿਲਾਦੇ ਸਨ। ਨਾਨੀ ਮੇਰੀ ਉਧਰੋਂ ਸੀ ਤੇ ਅਮਤੁਲ ਕਯੂਮ ਮੇਰੀ ਨਾਨੀ ਦਾ ਨਾਂ ਸੀ ਤੇ ਨਾਨਾ ਮੇਰੇ ਚੌਧਰੀ ਜ਼ਕਾਉल्ला ਸਨ। ਬਿਲਕੁਲ। ਚੌਧਰੀ ਜ਼ਕਾਉल्ला ਗਵਰਨਮੈਂਟ ਕਾਲਜ ਤੋਂ ਪੜ੍ਹੇ, ਹਾਕੀ ਟੀਮ ਦੇ ਵੀ ਮੈਂਬਰ ਸਨ ਔਰ ਬੜੇ ਸਪੋਰਟਸਮੈਨ ਸਨ, ਪਰ ਉਹ 26 ਸਾਲ ਦੀ ਉਮਰ ਵਿੱਚ ਉਹਨਾਂ ਦਾ ਇੰਤਕਾਲ ਹੋ ਗਿਆ। ਅੱਛਾ। ਤੇ ਹਾਰਟ ਅਟੈਕ ਤੋਂ। ਸੋ ਮੇਰੀ ਵਾਲਦਾ ਨੂੰ ਉਹਦੇ ਚਾਚਿਆਂ ਨੇ, ਉਹਨਾਂ ਦੇ ਚਾਚਿਆਂ ਨੇ ਬੁਨਿਆਦੀ ਤੌਰ ਤੇ ਪਰਵਰਿਸ਼ ਕੀਤੀ। ਬਿਲਕੁਲ ਠੀਕ। ਔਰ ਚਾਚਿਆਂ ਨੇ 5 ਚਾਚੇ ਸਨ, ਉਹਨਾਂ ਨੇ 5 ਇੰਜੇ ਸਨ, ਜਿਸੇ 5 ਨੇ ਦੀ ਬੇਟੀ। ਬਿਲਕੁਲ ਸਹੀ। ਔਰ ਸਾਰੇ ਕਜ਼ਨ ਸ਼ਜ਼ਨ ਦੀ ਸਭ ਤੋਂ ਫੇਵਰੇਟ ਰਸ਼ੀਦਾ ਹੁੰਦੀ ਸੀ। ਬਿਲਕੁਲ ਸਹੀ। ਔਰ ਬਾਕੀ ਜਿਹੜੀਆਂ ਮੇਰੀਆਂ ਮਾਸੀਆਂ, ਔਰ ਕਿਉਂਕਿ ਵਾਲਦਾ ਮੇਰੀ ਇਕੱਲੀ ਔਲਾਦ ਸਨ। ਬਿਲਕੁਲ। ਤੇ ਪਰ ਉਹਨਾਂ ਦੇ ਕਜ਼ਨ ਸ਼ਜ਼ਨ ਮਾਸੀਆਂ ਮਾਇਆ ਹੋਏ, ਉਹ ਸਾਰੇ ਬਚਪਨ ਵਿੱਚ ਕਿਸੇ ਹੱਦ ਤੱਕ ਹੱਸਣ ਦਾ ਕਹਿੰਦੇ ਹੁੰਦੇ ਸਨ ਕਿ ਜੀ ਆਪਾਂ ਰਸ਼ੀਦਾ ਦਾ ਜੋੜਾ ਆਉਣਾ ਕੋਈ ਈਦ ਤੇ ਫਿਰ ਸਾਡੇ ਆਉਣੇ ਨੇ। ਬਿਲਕੁਲ ਸਹੀ। ਬੜਾ ਪਿਆਰ ਕੀਤਾ ਉਹਨਾਂ ਦੇ ਵਾਲਦੈਨ ਨੇ, ਉਹਨਾਂ ਦੇ ਚਾਚਿਆਂ ਨੇ। ਇੱਕ ਉਹਨਾਂ ਦੇ ਚਾਚਾ ਸਨ, ਬੈਰਿਸਟਰ ਸਨ ਜ਼ਫਰੁੱਲਾ, ਉਹ ਲੈਂਡਪੁਰ ਪ੍ਰੈਕਟਿਸ ਕਰਦੇ ਸਨ। ਅੱਛਾ ਅੱਛਾ। ਇੱਕ ਉਹ ਸਰ ਜ਼ਫਰੁੱਲਾ, ਉਹ ਵੀ ਬੜੇ ਮਾਰੂਫ ਨੇ ਨਾ ਡਸਕੇ ਵਾਲੇ, ਚੌਧਰੀ ਜ਼ਫਰੁੱਲਾ। ਨਹੀਂ, ਉਹਦਾ ਸਰ ਜ਼ਫਰੁੱਲਾ ਤੇ ਹੋਰ ਨੇ, ਇਹ ਚੌਧਰੀ ਜ਼ਫਰੁੱਲਾ ਸਨ। ਬਿਲਕੁਲ ਠੀਕ। ਫਿਰ ਇੱਕ ਚੌਧਰੀ ਨਸਰੁੱਲਾ ਸਨ, ਉਹ ਡਿਪਟੀ ਕਮਿਸ਼ਨਰ ਉਹ ਸਨ। ਔਰ ਜਦੋਂ ਉਹਨਾਂ ਦੀ ਵਫਾਤ ਹੋ ਗਈ, ਉਹ ਵੀ ਜਲਦੀ ਫੌਤ ਹੋ ਗਏ। ਫਿਰ ਚੌਧਰੀ ਗੁਲਾਮ ਰਸੂਲ ਸਨ, ਉਹ SP ਸਨ
ਦਰਅਸਲ ਅੰਮ੍ਰਿਤਸਰ ਵਿੱਚ ਐਸਪੀ ਸਨ। ਜਦੋਂ ਮੇਰੀ ਵਾਲਦਾ ਦੀ ਬਰਾਤ ਔਰ ਡੋਲੀ ਉਹਨਾਂ ਨੇ ਉਠਾਈ ਹੈ, ਬਰਾਤ ਉੱਥੇ ਗਈ ਵਾਲਦ ਲੈ ਕੇ ਉਹ ਅੰਮ੍ਰਿਤਸਰ, ਔਰ ਉਹ ਘਰ ਮੈਂ ਜਾ ਕੇ ਦੇਖਿਆ ਅੱਛਾ, ਕੋਈ 20 ਸਾਲ ਪਹਿਲਾਂ ਉੱਥੇ ਅੰਮ੍ਰਿਤਸਰ ਜਦੋਂ ਤੁਸੀਂ ਗਏ। ਅੰਮ੍ਰਿਤਸਰ ਜਾ ਕੇ, ਅੰਮ੍ਰਿਤਸਰ ਉਹ ਘਰ ਹੁਣ DIG ਦਾ ਘਰ ਹੈ, ਅੱਛਾ ਅੱਛਾ, ਪਰ ਉਦੋਂ SP ਦਾ ਘਰ ਹੁੰਦਾ ਸੀ। ਬਿਲਕੁਲ ਠੀਕ ਹੈ। ਤੇ ਉਂਝ ਹੀ ਫਿਰ ਇੱਕ ਇਹ ਭਾਈ ਸਨ ਉਹਨਾਂ ਦੇ, ਤੇ ਜਿਹੜੇ ਮੇਰੇ ਵਾਲਿਦ ਸਨ ਉਹ ਮੁਗਵਾਲ ਤੋਂ ਸਨ, ਬਿਲਕੁਲ। ਔਰ ਦਾਦਾ ਮੇਰੇ ਚੌਧਰੀ ਬਾਲ ਬਖਸ਼। ਇਹ ਜਿਹੜਾ ਮੁੰਗੋਵਾਲ ਆਪਣਾ ਜਦੋਂ ਤੁਸੀਂ ਉਹ ਬਾਈਪਾਸ ਤੋਂ ਨਿਕਲੀ ਏ ਤੇ ਮੰਡੀ ਮੰਡੀ ਬਾਉਦੀ ਬਾਉਦੀਨ ਰੋਡ, ਉਹ ਵੀ ਸੜਕ ਦੇ ਉੱਤੇ ਹੀ ਹੈ। ਉਸੇ 13ਵਾਂ ਮੀਲ ਜਿਹੜਾ ਹੁੰਦਾ ਸੀ, ਜੀ ਜੀ, ਸੰਗੇ ਮੀਲ, ਹੂੰ ਗੁਜਰਾਤ ਤੋਂ ਸਰਗੋਦਾ ਰੋਡ ਤੇ, ਹੂੰ, ਵਿੱਚ ਮੰਡੀ ਬਾਉਦੀ ਨਹੀਂ ਆਉਂਦੀ ਸੀ, ਪਰ ਉਹਨੂੰ ਗੁਜਰਾਤ ਸਰਗੋਦਾ ਰੋਡ ਆਖਦੇ। ਬਿਲਕੁਲ ਸਹੀ। ਉਸੇ ਪੂਰਾ 13ਵਾਂ ਜਿਹੜਾ ਸੰਗੇ ਮੀਲ ਸੀ ਉਹ ਗੁਜਰਾਤ ਮੁੰਗੋਵਾਲ ਦੇ ਬੱਸ ਅੱਡੇ ਤੇ ਹੁੰਦਾ ਸੀ, ਜਿੱਥੇ ਬਿਲਕੁਲ ਬੱਸ ਰੁਕਦੀ ਹੁੰਦੀ ਸੀ। ਬਿਲਕੁਲ ਸਹੀ। ਤੇ ਉੱਥੇ ਅਸੀਂ ਜ਼ਿਆਦਾਤਰ ਰਹਿੰਦੇ ਸਾਂ ਬਚਪਨ ਮੇਰੇ, ਤੇ ਤਾਂ ਵਕਤ ਕਿ ਅਸੀਂ ਲਾਹੌਰ ਆ ਗਏ। ਲਾਹੌਰ ਇੱਥੇ ਜ਼ਮਾਨ ਪਾਰਕ ਵਿੱਚ 1933 ਵਿੱਚ ਮੇਰੀ ਨਾਨੀ ਨੇ ਇੱਕ ਕੋਠੀ ਪਾਈ ਸੀ, ਬਿਲਕੁਲ ਸਹੀ। ਨਾਲ ਦੀ ਜਿਹੜੀ ਇੱਧਰ ਇਮਰਾਨ ਖਾਨ ਹੈ ਤੇ ਇੱਧਰ ਉਹ ਸਾਡੀ ਉਹ ਪੁਰਾਣੀ ਕੋਠੀ ਹੈ। ਬਿਲਕੁਲ ਠੀਕ। ਤੇ ਮੈਂ ਸਾਰੀ ਜ਼ਿੰਦਗੀ ਉੱਥੇ ਹੀ ਗੁਜ਼ਾਰੀ ਹੈ, ਬੁਨਿਆਦੀ ਤੌਰ ਤੇ ਲਾਹੌਰ ਵਿੱਚ ਔਰ ਜ਼ਮਾਨ ਪਾਰਕ ਹੈ। ਤੁਸੀਂ ਤੇ ਫਿਰ ਪੱਕੇ ਲੋਰੀ ਹੋਏ ਆ ਨਾ। ਆਪ ਲੌਰੀਆ ਹੀ ਹੋ ਗਏ। ਬਿਲਕੁਲ। ਬਹਰਹਾਲ ਮੁਗਵਾਲ ਦੀ ਮਿੱਟੀ ਦੀ ਖੁਸ਼ਬੂ ਤੇ ਨਹੀਂ ਜਾਂਦੀ, ਉਹਦੀ ਵਹਿਣੀਆਂ ਦੀ ਬਦਬੂ ਵੀ ਨਹੀਂ ਜਾਂਦੀ। ਉਹ ਜ਼ਮਾਨਾ ਐਸਾ ਸੀ ਕਿ ਪਤਲੀਆਂ ਪਤਲੀਆਂ ਗਲੀਆਂ ਹੁੰਦੀਆਂ ਸਨ ਮੁਗਵਾਲ ਦੀਆਂ। ਮਤਲਬ ਹੈ ਕਿ ਕੋਈ ਜਨਾਜ਼ਾ ਲੈ ਕੇ ਨਿਕਲੋ ਤੇ ਮੰਜੀ ਮਸਾਂ ਵਿੱਚੋਂ ਲੰਘਦੀ ਸੀ। ਬਿਲਕੁਲ ਸਰ। ਉਹਦੇ ਜਿਹੜੇ ਪਾਵੇ ਸਨ ਉਹ ਖੱਬੇ ਸੱਜੇ ਦੀਆਂ ਦੀਵਾਰਾਂ ਨੂੰ ਲੱਗਦੇ ਸਨ। ਦੀਵਾਰਾਂ ਸਾਰੀਆਂ 1 ਇੰਚ ਦੀ ਪਤਲੀ ਇੱਟ ਦੀਆਂ ਹੁੰਦੀਆਂ ਨੇ, ਟਾਈਲ ਹੀ ਸਮਝੋ। ਉਹ ਜਿਹੜੀਆਂ ਪਿਛਲੇ ਸਾਡੇ ਜ਼ਮਾਨੇ 'ਚ ਮਤਲਬ ਕੋਈ 100 ਸਾਲ ਪਹਿਲੇ ਬਰੀਕ ਇੱਟ ਹੁੰਦੀ ਸੀ। ਉਹਦੀ ਇੱਕ ਸ਼ਾਇਦ ਚੌਧਰੀ ਸਾਹਿਬ ਇਹ ਵੀ ਵਜ੍ਹਾ ਹੈ ਕਿ ਚੁੱਕੇ ਉਦੋਂ ਭੱਠੇ ਛੱਟੇ ਤੇ ਵੱਡੇ ਇੱਟ ਹੈ ਨਹੀਂ ਸਨ, ਉਹ ਆਵੀਆਂ ਹੁੰਦੀਆਂ ਸਨ, ਤੋਂ ਇੱਟ ਦਾ ਸਾਈਜ਼ ਵੀ ਛੋਟਾ ਰੱਖਿਆ ਜਾਂਦਾ ਸੀ। ਵੈਸੇ ਇੱਕ ਚੀਜ਼ ਤੁਹਾਨੂੰ ਦੱਸਾਂ ਮੈਂ, ਇੱਟ ਦਾ ਸਾਈਜ਼ ਇਹਦਾ ਵੀ ਕੁਝ ਹੋਰ ਵਜ੍ਹਾ ਵੀ ਹੋ ਸਕਦੀ ਹੈ। ਤੁਸੀਂ ਮੋਹਿੰਜੋ-ਦਾਰੋ ਦੀ ਇੱਟ ਵੇਖੋ ਨਾ, ਉਹਦਾ ਬਿਲਕੁਲ ਉਹ ਸਾਈਜ਼ ਹੈ ਜਿਹੜਾ ਅੱਜ ਦੀ ਸਾਡੀ ਇੱਟ ਦਾ ਸਾਈਜ਼ ਹੈ। ਬਿਲਕੁਲ ਠੀਕ। ਹੂਬਹੂ। ਔਰ ਉਹਦੀ ਵਜ੍ਹਾ ਹੈ, ਉਹ ਵਜ੍ਹਾ ਹੈ ਕਿ ਜਿਹੜਾ ਮੈਮਾਰ ਉਹਦੇ ਤੇ ਇੱਕ ਮਿਸਤਰੀ ਕੰਮ ਕਰ ਰਿਹਾ ਦੀਵਾਰ ਤੇ, ਉਹ ਇਸ ਤਰ੍ਹਾਂ ਝੁਕਦਾ ਹੈ ਇੱਟ ਨੂੰ, ਔਰ ਇਨਸਾਨ ਦੀ ਜਿਹੜਾ ਬਾਡੀ ਦਾ ਸਾਈਜ਼ ਹੈ ਨਾ, ਉਹ ਮੋਹਿੰਜੋ-ਦਾਰੋ ਤੋਂ ਜ਼ਿਆਦਾ ਫਰਕ ਨਹੀਂ ਪਿਆ। ਇਵੋਲੂਸ਼ਨ ਅਗਰ ਕੋਈ ਲਈ ਜਾਏ, ਬਿਲਕੁਲ ਸਹੀ, ਕਿ ਇਰਤਕਾਈ ਤੌਰ ਤੇ ਇਨਸਾਨ ਵੀ ਅਗਰ ਡਾਰਵਿਨ ਨੂੰ ਲਿਆ ਜਾਏ ਤੇ ਇਨਸਾਨ ਇਵੋਲਵ ਕਰਦਾ ਔਰ ਇਹਦੇ ਵਿੱਚ ਵੀ ਕੋਈ ਫਰਕ ਆ ਜਾਣਾ ਚਾਹੀਦਾ ਸੀ। ਪਰ ਉਹ ਇੰਝ ਇੱਟ ਚੁੱਕਦਾ ਹੈ ਔਰ ਉਹ ਸੀਮੈਂਟ ਪਾ ਕੇ ਉਹ ਦੀਵਾਰ ਤੇ ਇੱਟ ਰੱਖਦਾ ਹੈ। ਉਹ ਜਿਹੜੀ ਇੱਟ ਦਾ ਸਾਈਜ਼ ਹੈ ਉਹ ਹੂਬਹੂ ਸਾਈਜ਼ ਹੈ ਜਿਹੜਾ ਅੱਜ ਇੱਟ ਦਾ ਸਾਈਜ਼ ਹੈ। ਤੁਸੀਂ ਇਹ ਤੋਂ ਤੁਹਾਡਾ ਮੈਂ ਸਬਜੈਕਟ ਪਹਿਲਾਂ ਹੀ ਛਿੜ ਗਿਆ ਕਿ ਇਹਦੇ ਤੇ ਤੁਸੀਂ ਪੂਰੀ ਕਿਤਾਬ ਤੁਹਾਡੀ ਛਪੀ ਹੈ ਨਾ। ਜੀ ਸਿਵਲਾਈਜੇਸ਼ਨ ਜੀ ਬੜੀ ਮਾਰੂਫ ਹੋਈ ਹੋ ਜੀ, ਮਾਰੂਫ ਕਾਫੀ ਹੋ ਗਈ। ਔਰ ਉਹਦੇ ਕੋਈ ਅਸੀਂ ਅੰਗਰੇਜ਼ੀ ਵਿੱਚ ਤੇ 45 ਕੋ ਐਡੀਸ਼ਨਾਂ ਉਹਦੀਆਂ ਕੱਢ ਚੁੱਕੇ ਹਾਂ। ਉਰਦੂ 'ਚ ਵੀ ਛਪ ਗਈ ਨਾ ਗੋਂਜੀ ਸਾਹਿਬ? ਉਰਦੂ ਵਿੱਚ ਪਹਿਲਾਂ ਛਾਪੀ ਸੀ ਆਸਿਫ ਮਲਿਕ ਨੇ, ਪਬਲਿਸ਼ਰਜ਼, ਉਹਨਾਂ ਦਾ ਮਲਿਕ ਪਬਲਿਸ਼ਰ ਸੀ ਇਸਲਾਮਾਬਾਦ ਤੋਂ।
ਉਰਦੂ ਦਾ ਤਰਜਮਾ ਕੀਤਾ ਸੀ ਮੁਸਤਨਸਰ ਜਾਵੇਦ ਨੇ। ਉਹ ਜਿਹੜੇ ਜੰਗ ਚ ਕਾਲਮ ਵਾਲਮ ਵੀ ਲਿਖਦੇ ਨੇ, ਪੁਰਾਣੇ ਸੀਨੀਅਰ ਸਾਫੀ ਨੇ। ਪੁਰਾਣੇ ਸੀਨੀਅਰ ਸਾਫੀ ਮੁਸਤਨਸਰ ਹੁਸੈਨ ਤਾਰੜ ਨਹੀਂ, ਹਾਂਜੀ, ਮੁਸਤਨਸਰ ਜਾਵੇਦ। ਤੇ ਉਹਨਾਂ ਬੜਾ ਅੱਛਾ ਤਰਜਮਾ ਕੀਤਾ। ਉਰਦੂ ਦਾ ਤੇ ਪਤਾ ਨਹੀਂ ਕਿੰਨੀਆਂ ਐਡੀਸ਼ਨਸ ਗਈਆਂ ਨੇ, ਉਹਦਾ ਤੇ ਕੋਈ ਹਿਸਾਬ ਰੱਖਦਾ ਹੀ ਨਹੀਂ। ਗੋਇੰਦੀ ਸਾਹਿਬ ਨਹੀਂ ਦੱਸਦੇ ਕਿ ਨਹੀਂ, ਗੋਇੰਦੀ ਸਾਹਿਬ ਹਿਸਾਬ ਦੇ ਦੇਣ। ਅੱਛਾ, ਗੋਇੰਦੀ ਦੇ ਮੇਰੇ ਕਾਬੂ ਵਿੱਚ ਹੈ ਨਾ। ਪਰ ਪਹਿਲਾਂ ਪਬਲਿਕ, ਔਰ ਫਿਰ ਉਹਦੀ ਮੈਂ ਇੰਨੀ ਪਲੇਜਰਾਈਜ਼ਡ ਐਡੀਸ਼ਨ ਦੇਖੀਆਂ ਨੇ। ਜਿੰਨੇ ਚਾਹਿਆ ਹੈ ਉਹਨੇ ਤਸਵੀਰਾਂ ਫੋਟੋ ਕਾਪੀਆਂ ਕਰਕੇ ਬਣਾ ਕੇ ਔਰ ਉਹ ਛਾਪੀ ਹੈ। ਲੇਕਿਨ ਉਹ ਲਿਖਣ ਵਾਲੇ ਨੂੰ ਇਹ ਹੁੰਦਾ ਕਿ ਚਲੋ ਯਾਰ ਲੋਕ ਪੜ੍ਹ ਤੇ ਰਹੇ ਨੇ ਨਾ। ਮੈਂ ਤੇ ਚੋਇਸ ਸਾਹਿਬ ਰਾਇਲਟੀ ਲੈਂਦਾ ਹੀ ਨਹੀਂ, ਮੈਂ ਰਾਇਲਟੀ ਨਹੀਂ ਲੈਂਦਾ। ਮੇਰੀ ਕਿਤਾਬ ਹੈ ਇੰਡਸ ਸਾਗਾ, ਇੰਡੀਆ 'ਚ ਛਪੀ ਹੈ, ਫਰਾਂਸੀਸੀ ਜ਼ਬਾਨ 'ਚ ਛਪੀ ਹੈ, ਸਿੰਧੀ ਜ਼ਬਾਨ 'ਚ ਛਪੀ ਹੈ, ਉਹ ਆਪ ਹੀ ਟਰਾਂਸਲੇਟ ਕਰਕੇ। ਮੈਂ ਰਾਇਲਟੀ ਨਹੀਂ ਲੈਂਦਾ। ਮੈਂ ਕਹਿੰਦਾ ਮੇਰਾ ਜਿਹੜਾ ਇਹਦੇ ਵਿੱਚ ਇੱਕ ਪੈਗਾਮ ਹੈ ਜੋ ਮੈਂ ਲੋਕਾਂ ਤੱਕ ਇੱਕ ਨੁਕਤਾ ਨਜ਼ਰ, ਇੱਕ ਜ਼ਾਵੀਆ ਨਿਗਾਹ ਰੱਖਣਾ ਚਾਹੁੰਦਾ। ਔਰ ਉਹ ਜ਼ਾਵੀਆ ਨਿਗਾਹ ਇਹ ਹੈ ਬੁਨਿਆਦੀ ਤੌਰ 'ਤੇ ਕਿ ਸਦੀਆਂ ਤੋਂ ਮੁਹੀਤ, ਸਦੀਆਂ ਜਿਹੜੀਆਂ ਤਹਿਜ਼ੀਬਾਂ ਨੇ, ਜਿਹੜੇ ਵਸੇਬ ਨੇ, ਉਹ ਉਹਨਾਂ ਦੀ ਸ਼ਨਾਖਤ ਉਹਨਾਂ ਵਿੱਚ ਪਾਉਂਦਾ ਕਿਹਦੀ ਪੈਂਦੀ ਹੈ? ਦਰਿਆਵਾਂ ਦੀ ਜਾਂ ਪਹਾੜਾਂ ਦੀਆਂ ਵਾਦੀਆਂ ਦੀ। ਯਾਨੀ ਗੁਜ਼ਰਗਾਹ ਜਾਂ ਗੁਜ਼ਰਗਾਹ ਦੀ ਰੁਕਾਵਟ ਇਹ ਵੰਡਦੀ ਨੇ ਜ਼ਮੀਨ ਨੂੰ, ਅੱਲਾਹ ਤਾਲਾ ਦੀ ਜ਼ਮੀਨ ਨੂੰ। ਇਹਨਾਂ ਨੇ ਮਤਲਬ ਹੈ ਮੁਖਤਲਿਫ, ਯਾਨੀ ਇਹ ਰੱਬ ਦਾ ਹੀ ਇੱਕ ਬਣਾਇਆ ਹੋਇਆ ਜੋਗਰਾਫੀਆ, ਇੱਕ ਬਾਰਡਰ ਜਿਹੜਾ। ਸੋ ਦਰਿਆਏ ਸਿੰਧ ਦੇ ਉਹਦੀਆਂ ਜਿੰਨੀਆਂ ਸ਼ਾਖਾਂ ਨੇ, ਬਿਆਸ, ਸਤਲੁਜ, ਰਾਵੀ, ਚਨਾਬ ਤੇ ਜੇਹਲਮ ਔਰ ਕਾਬੁਲ ਵੀ, ਉਹ ਜਦੋਂ ਦਰਿਆਏ ਸਿੰਧ ਦੀ ਵਾਦੀ 'ਚ ਗੁਜ਼ਰਦੀਆਂ ਨੇ ਤੇ ਉਹ ਇੱਕ ਤਹਿਜ਼ੀਬ ਬਣਾਉਂਦੀਆਂ ਨੇ। ਗੰਗਾ ਜਮਨ ਦੀ ਦਰਿਆ ਉਹ ਦੂਸਰੇ ਪਾਸੇ ਜਾ ਰਿਹਾ ਹੈ, ਉਹ ਮਸ਼ਰਕ ਜਿਹੜੀ ਖਲੀਜ ਬੰਗਾਲ ਹੈ ਉਹਦੇ ਹੀ ਜਾ ਰਿਹਾ। ਉਹਨਾਂ ਦਾ ਜਿਹੜੀ ਮੁਹਾੜ ਹੀ ਹੋ ਰਿਹਾ, ਉਹਨਾਂ ਦਾ ਮੁਹਾੜ ਹੀ ਹੋ ਰਿਹਾ, ਉਹਨਾਂ ਦੇ ਉੱਤੇ ਤਹਿਜ਼ੀਬ ਹੀ ਹੋ ਰਿਹਾ। ਜਿਹੜਾ ਫਾਸਲਾ ਹੈ ਸਤਲੁਜ ਔਰ ਰਾਵੀ ਵਿੱਚ ਜਾਂ ਗੰਗਾ ਜਮਨਾ ਦਾ ਜਿਹੜਾ ਮਗਰਬ ਤਰੀਨ ਬ੍ਰਾਂਚ ਹੈ, ਸ਼ਾਖ ਹੈ, ਔਰ ਦਰਿਆ ਵਾਦੀ ਹੈ ਸਿੰਧ ਤਾਸ ਦੀ ਜਿਹੜੀ ਮਸ਼ਰਕ ਤਰੀਨ ਬ੍ਰਾਂਚ ਹੈ, ਸ਼ਾਖ ਹੈ। ਇਹ ਹੋ ਗਏ ਜਮਨਾ ਔਰ ਰਾਵੀ। ਇਹ ਇੱਕ ਥਾਵੇਂ 50 ਮੀਲ ਦੂਰ ਨੇ, ਪਰ ਉਸ 50 ਮੀਲ ਵਿੱਚ ਉਹ ਜ਼ਿਆਦਾ ਦੂਰੀ ਹੈ ਬਨਿਸਬਤ ਲਾਹੌਰ ਦੀ ਔਰ ਮੁਲਤਾਨ ਦੀ। ਬਿਲਕੁਲ ਠੀਕ। ਜਿਹੜਾ ਕਿ 200 ਮੀਲ ਦੂਰੀ ਹੈ। ਇਹ ਦਰਿਆ ਸ਼ਾਹਰਾਵਾਂ ਹੁੰਦੀਆਂ ਸਨ, ਇਹਨਾਂ 'ਤੇ ਕਸ਼ਤੀਆਂ ਚੱਲਦੀਆਂ ਸਨ, ਮਾਲ ਦੀ ਆਮਦ ਰਫਤ ਔਰ ਰਸਾਈ ਸਾਰੀ ਹੁੰਦੀ ਸੀ। ਅਤੇ ਇਹ ਇੱਕ ਧਰਤੀ ਬਣਾ ਦੇਣਾ। ਅਤੇ ਮੈਂ ਪਾਇਆ ਕਿ ਸਿੰਧ ਦੀ ਧਰਤੀ ਹਿੰਦ ਦੀ ਧਰਤੀ ਤੋਂ ਮੁਖਤਲਿਫ ਹੈ, ਔਰ ਇਹ ਪਾਕਿਸਤਾਨ ਕੋ ਅੱਜ ਨਹੀਂ ਬਣਿਆ। ਪਾਕਿਸਤਾਨ ਹਜ਼ਾਰ ਸਾਲ ਤੋਂ ਮੌਜੂਦ ਹੈ। ਬਿਲਕੁਲ ਸਹੀ। ਔਰ ਪਿਛਲੇ ਅਗਰ 6000 ਸਾਲ ਲੈ ਲਓ ਤੇ 6000 ਸਾਲ ਵਿੱਚੋਂ ਸਿਰਫ 3 ਵਾਰੀ ਇਹ ਇੰਡੀਆ ਐਂਡ ਇੰਡਸ ਜੁਆਇਨ ਹੋਏ ਨੇ ਇਨ ਵਨ ਪੋਲੀਟੀਕਲ ਯੂਨਿਟ। ਉਹਨਾਂ ਨੂੰ ਮੈਂ ਯੂਨੀਵਰਸਲ ਸਟੇਟਸ ਕਹਿਣਾ। ਬਿਲਕੁਲ ਠੀਕ। ਇੱਕ ਮੌਰੀਅਨ ਅਸ਼ੋਕ ਆਜ਼ਮ, ਦੂਸਰਾ ਮੁਗਲ और तीसरा अंग्रेज़ ताज बरतानिया। ताज बरतानिया 90 साल जिन्हों ने क्योंकि ताज बरतानिया जड़ा हिंदुस्तान नू जड़ा वादी सिंध नू जेड़ा उन्होंने फतह किया वो 1843 ते 1849, यानी 1843 सिंध जंगे म्यानी
ਤੇ 1849 ਚੇਲੀਆਂ ਵਾਲੀ ਦੀ ਜੰਗ ਔਰ ਗੁਜਰਾਤ ਦੀ ਜੰਗ ਔਰ ਪੰਜਾਬ ਉਹਨਾਂ ਨੇ ਹੁਣ ਸਿੰਧ ਨੂੰ ਤੇ ਉਹਨਾਂ ਨੇ 90 ਸਾਲ ਆਪਣੇ ਤਹਿਤ ਰੱਖਿਆ। ਹੁਣ ਤੁਸੀਂ ਸਮਝ ਲਓ 1847 ਤੋਂ 1947 90 ਸਾਲ ਹੁਣ ਜਾਂ 100 ਸਾਲ बाकी 100 साल ये हो गए। अशोक आजम और मौर्य सल्तनत दे 80 साल और मुगल सही माने 1526 तो लैके जदों औरंगजेब ਜ਼ਵਾਲ ਪਜ਼ੀਰ ਹੋਣੀ ਸ਼ੁਰੂ ਹੋਈ ਉਸ ਤੋਂ ਬਾਅਦ वफात ਸਲਤਨਤ। हुई है 1708 च, ਜੀ ਜੀ उस तो बाद वो तो 200 साल ਬਿਲਕੁਲ ਠੀਕ। ਹੁਣ 400 ਸਾਲ 6000 ਸਾਲ ਵਿੱਚੋਂ 400 ਸਾਲ ਸਿੰਧ ਔਰ ਹਿੰਦ ਇਕੱਠੇ ਰਹੇ, ਵਰਨਾ ਇਹ ਅਲੱਗ ਰਹੇ। ਸੋ ਪਾਕਿਸਤਾਨ ਮੈਂ ਲਿਖਿਆ ਇੱਕ ਬੜੀ ਇਹਦੀ ਤਾਰੀਖ ਵਿੱਚ ਔਰ ਕਦੀਮ ਤਾਰੀਖ ਦੀਆਂ ਜੜ੍ਹਾਂ ਨੇ। ਇਹ ਅਸੀਂ ਇੰਜ ਨਹੀਂ ਕਿ ਜੀ ਇੱਕ ਦਿਨ ਵਿੱਚ ਬਣ ਗਿਆ ਹੈ ਜਾਂ 1940 'ਚ ਕਰਾਰਦਾਦ ਪਾਸ ਹੋਈ ਤੇ 1947 'ਚ ਬਣ ਗਿਆ 7 ਸਾਲਾਂ 'ਚ ਤੇ ਖਬਰੇ ਕਿਤੇ ਟੁੱਟ ਨਾ ਜਾਏ। ਇਹਦੀ ਬੁਨਿਆਦਾਂ ਬੜੀਆਂ ਡੀਪ ਨੇ ਔਰ ਉਹਦੇ ਮੈਂ ਖਿਆਲ ਮੋਹਿੰਜੋ-ਦਾਰੋ ਤੋਂ ਲੈ ਕੇ ਤੇ 1947 ਤੱਕ ਸਾਰੀ ਰਿਸਰਚ ਕੀਤੀ ਤੇ ਜੇਲ੍ਹ 'ਚ ਜ਼ਿਆਉਲ ਹਕ ਜੇਲ੍ਹ 'ਚ ਪਾ ਦੇਣਾ ਸੀ। ਪਰ ਮੈਂ ਜਰਾ ਵਾਪਸ ਆਉਂਦਾ ਥੋੜ੍ਹਾ ਜਿਹਾ ਮੁਗਵਾਲ ਔਰ ਹਰੀਆਲੇ। ਬਿਲਕੁਲ ਸਹੀ। ਹਰੀਆਲੇ ਦੇ ਵਲਾਇਤ ਜਿਹੜੇ ਸਨ ਜੀ ਜੀ ਉਹ ਬੜੇ ਇਲਮ ਦੋਸਤ ਔਰ ਤਾਲੀਮ ਦੋਸਤ ਸਨ। ਜਿਹੜੇ ਮੇਰੇ ਨਾਨਕੇ ਸਨ ਉਹ ਸਾਰੇ ਭਰਾ ਮੇਰੇ ਨਾਨਾ ਦੇ ਉਹ ਗਵਰਨਮੈਂਟ ਕਾਲਜ ਦੇ ਪੜ੍ਹੇ ਸਨ ਔਰ ਕੋਈ DCC ਕੋਈ SPC। ਮੇਰੇ ਨਾਨਾ ਖੁਦ ਐਕਸਾਈਜ਼ ਡਿਪਾਰਟਮੈਂਟ ਵਿੱਚ ਸਰਵਿਸ ਕਰਦੇ ਸਨ ਔਰ ਉਹਨਾਂ ਦੀ ਡਾਇਰੀ ਜਿਹੜੀ ਲਿਖੀ ਮਿਲਦੀ ਹੈ ਉਹ ਅੰਗਰੇਜ਼ੀ ਵਿੱਚ ਬੜੀ ਖੂਬਸੂਰਤ ਖੁਸ਼ਖਤੀ। ਤੇ ਜਿਹੜੇ ਮੁਗਲ ਦੇ ਸਨ ਇਹ ਜ਼ਰਾ ਜ਼ਿਆਦਾ ਜਟਾਤਰ ਸੀ ਤੇ ਚੌਧਰੀ ਸਨ। ਬਿਲਕੁਲ ਸਹੀ। ਉਹ ਚੌਧਰੀ ਬਾਲ ਬਖਸ਼ ਦਾ ਇੱਕ ਦਹਿਸ਼ਤ ਜਿਹੀ ਸੀ ਉਹਨਾਂ ਦੀ। ਉਹ ਅੱਜ ਕੱਲ੍ਹ ਦੀ ਦਹਿਸ਼ਤ ਨਹੀਂ ਕਿ ਉਹ ਬੜਕਾ ਮਾਰਦੇ ਤੇ ਰਾਈਫਲਾਂ ਬੰਦੂਕਾਂ ਨਾਲ। ਨਹੀਂ, ਚੌਧਰੀ ਜਿਹੜਾ ਮੇਰੇ ਨਜ਼ਦੀਕ ਤੇ ਕਨਸੈਪਟ ਹੈ ਨਾ ਚੌਧਰੀ ਸਾਹਿਬ ਚੁਧਰਾ ਦਾ, ਉਹ ਇਹ ਵੀ ਕਿ ਕਿਸੇ ਮਾੜੇ ਬੰਦੇ ਨਾਲ ਖਲੋਣ ਵਾਲਾ ਜਾਂ ਆਪਣੀ ਗੱਲ ਤੇ ਖਲੋਣ ਵਾਲਾ, ਕਿਸੇ ਮਾੜੇ ਨਾਲ ਜ਼ਿਆਦਤੀ ਨਾ ਹੋਣ ਦੇਣ ਵਾਲਾ ਔਰ ਕਿਸੇ ਉਸ ਜਗ੍ਹਾ ਤੇ ਖਲੋਣ ਵਾਲਾ ਜਿੱਥੇ ਕਿਸੇ ਹੋਰ ਕੋਲ ਨਹੀਂ ਖਲੋਇਆ ਜਾਂਦਾ ਤੇ ਫਿਰ ਕਿਸੇ ਆਏ ਗਏ ਦਾ ਭਾਰ ਚੁੱਕਣ ਵਾਲਾ। ਮੈਂ ਮਿਸਾਲ ਦੇਣਾ ਇਸੇ ਦੀ। 1926 ਵਿੱਚ ਚਨਾਹ ਤੇ ਪੁਲ ਜਿਹੜਾ ਹੈ ਰੇਲ ਦਾ ਇਹਦਾ ਆਗਾਜ਼ ਹੋਇਆ, ਇਹਦਾ ਇਫਤਤਾਹ। ਤੇ ਉਹ ਗਵਰਨਰ ਉਸਦਾ ਇਫਤਤਾਹ ਕਰਨ ਆਇਆ ਤੇ ਇਹ ਅੰਗਰੇਜ਼ਾਂ ਨੇ ਸਾਰਾ ਜਿਹੜਾ ਉਹ ਅੰਗਰੇਜ਼ DC ਇੱਕ ਵੈਸੇ ਸਿੱਖ ਸੀ ਪਰ ਉਹ ਕਮਿਸ਼ਨਰ ਅੰਗਰੇਜ਼ ਸੀ। ਉਹ ਸਾਰੇ ਉਹਨਾਂ ਨੇ ਇੰਜ ਕੀਤਾ ਸੀ ਕਿ ਅੱਗੇ ਸਾਰੇ ਅਫਸਰ ਔਰ ਅੰਗਰੇਜ਼ ਅਗਲੀਆਂ 4-5 ਲਾਈਨਾਂ ਔਰ ਸਾਡੇ ਜਿਹੜੇ ਚੌਧਰੀ ਔਰ ਚੁਧਰਾ ਸਾਰੀ ਗੁਜਰਾਤ ਦੀ ਉਹ ਨਵਾਬਜ਼ਾਦੇ ਵੀ ਤੇ ਉਹ ਸਾਰੇ ਉਹ ਪਿੱਛੇ। ਤੇ ਉਹ ਮੀਆਂ ਜੀ ਅਸੀਂ ਕਹਿੰਦੇ ਹੁੰਦੇ ਸਾਂ ਚੌਧਰੀ ਆਪਣੇ ਦਾਦਾ ਨੂੰ ਚੌਧਰੀ ਬਾਲ ਬਖਸ਼ ਨੂੰ। ਉਹ ਮੀਆਂ ਜੀ ਗਏ ਤੇ ਮੀਆਂ ਜੀ ਨੇ ਉੱਥੇ ਕਿਹਾ ਕਿ ਇਹ ਤੁਸੀਂ ਜਿਹੜੇ ਅਸਲ ਇਸ ਮਿੱਟੀ ਦੇ ਮਾਲਕ ਨੇ ਉਹਨਾਂ ਨੂੰ ਤੁਸੀਂ ਪਿੱਛੇ ਪਾਇਆ। ਉਹਨਾਂ ਨੇ ਜਾ ਕੇ ਕਮਿਸ਼ਨਰ ਨੂੰ ਆਖਿਆ, ਅੱਛਾ ਤੁਸੀਂ ਉਹਨੂੰ ਪਿੱਛੇ ਪਾਇਆ। ਉਹਨੇ ਆਖਿਆ ਚੌਧਰੀ ਸਾਹਿਬ ਉਹ ਆਪਕੀ ਸੀਟ ਵੀ ਵਾਂ ਹੈ। ਚੌਧਰੀ ਸਾਹਿਬ ਦੇ ਨਾਲ ਉਹ DC ਖਲੋਤਾ ਹੈ ਸੀ ਸਿੱਖ ਸੀ। ਬਿਲਕੁਲ। ਉਹ ਚੌਧਰੀ ਸਾਹਿਬ ਨੇ ਪੁੱਛਿਆ ਉਹਦਾ ਨਾਂ ਮੈਨੂੰ ਹੁਣੇ ਯਾਦ ਆ ਜਾਂਦਾ ਪਰ ਉਹਨੂੰ ਉਹਦਾ ਨਾਂ ਲੈ ਕੇ ਉਹਨੂੰ ਆਖਿਆ ਕੋਈ ਤੇਰੀ ਕਿਹੜੀ ਕੁਰਸੀ ਹੈ? ਉਹਨੇ ਆਖਿਆ ਚੌਧਰੀ ਸਾਹਿਬ ਮੈਂ ਬਹਿਣ ਲੱਗਾ ਉਸ 'ਤੇ। ਉਹ ਉਹਦੀ ਕੁਰਸੀ ਜਾ ਕੇ ਬਹਿ ਗਏ। ਹੁਣ ਇੱਕ ਪਰੇਸ਼ਾਨੀ ਗਵਰਨਰ ਆ ਰਿਹਾ ਹੈ ਆਉਣ ਵਾਲਾ ਹੈ ਤੇ ਉਹ ਕਮਿਸ਼ਨਰ ਆਇਆ। ਉਸਨੇ ਕਿਹਾ ਉਹਨੇ ਚੌਧਰੀ ਸਾਹਿਬ ਨੇ ਆਖਿਆ ਸਾਰਿਆਂ ਬੰਦਿਆਂ ਨੂੰ ਅੱਗੇ ਬੁਲਾਉਣਾ ਪਏਗਾ
मैं कला उठ के चला जाना, पर जे तू सारी बरादरी मेरी नू अगे बा। वो क्या, ये हो नहीं सकता चौधरी साहब, चले आप बैठे रहे। इन्नी देर ਵਿੱਚ कोई अद्धे पौने घंटे तक गवर्नर आया। गवर्नर उतरिया ट्रेन तो, उतर के थल्ले आया, ਉਹ ਮਿਲਦਾ ਆਇਆ। ਉਹ ਚੌਧਰੀ ਸਾਹਿਬ ਦਾ ਉਸ ਵਕਤ ਤੱਕ ਵਾਕਿਫ ਸੀ, ਕਿਉਂਕਿ 1922 ਚੌਧਰੀ ਸਾਹਿਬ ਇਲੈਕਟ ਹੋਏ ਸਨ। ਚੌਧਰੀ ਬਾਲ ਬਖਸ਼ ਸਾਹਿਬ ਵਾਇਸਰਾਏ ਦੀ ਕਾਉਂਸਲ ਹੈ ਬਿਲਕੁਲ ਠੀਕ। ਦਿੱਲੀ, ਤੇ ਉਹ ਮਿਲਦਾ ਸੀ ਉਹਨਾਂ ਸਾਰਿਆਂ ਨੂੰ। ਤੇ ਉਹ ਦੋਨੋਂ ਆ ਕੇ ਉਹਨਾਂ ਕਹਿਣ ਲੱਗਾ, ਉਹ ਚੌਧਰੀ ਸਾਹਿਬ ਬਾਲ ਬਖਸ਼ ਕੈਸੇ ਹੋ? ਉਹਨੇ ਆਖਿਆ, ਸਾਹਿਬ ਮੈਂ कैसे होना है, बरादरी मेरी सारी तू पीछे पाई है, तो आप तो इफ्तिताह कर रहे हैं, जिन्होंने इफ्तिताह का कोई फ़ायदा होना है वो तो पीछे बैठे ने, मैं कोई राज़ी नहीं थोड़े पे। उन्हें कमिश्नर ने कहा कि ये क्यों चौधरी साहब क्या कह रहे हैं? उन्हें कहा, जी उनके लिए पीछे सीटें। उन्होंने कहा, इतनी जो खाली हैं सीटें, इनको क्या? नहीं सर, इनके लिए वो मखसूस है। उन्हें गवर्नर ने आख्या, जाओ सब अपने बाल बख्श साहब के सारे जो साथी हैं सब, उनको को अगली रोज़ में आ जाए। वो जो अगे आगे चुदरा सारी बह गई, कोई फ्रंट रो थे, कोई सैकेंड रो, उस तो बाद एक साख बन गई कि बाल बख्श बड़ा। ਇਹ ਜਿਹੜਾ ਅਖੜਪਨ ਔਰ ਜਾਨੀ ਜਿਹੜਾ ਇੱਕ ਆਪਣੀ ਗੱਲ ਤੇ ਖਲੋ ਜਾਣਾ, ਇਹ ਤੁਹਾਡੇ ਵਿੱਚ ਵੀ ਹੈ ਥੋੜਾ। ਮੈਂ ਇੱਕ ਹੋਰ ਉਹਨਾਂ ਦਾ ਸੁਣਾ ਦਿਆਂ। ਅੱਛਾ। SHO ਇੰਸਪੈਕਟਰ ਸਾਹਿਬ ਚੌਧਰੀ ਸਾਹਿਬ, ਤੇ ਇੱਕ ਕੋਈ ਕੇਸ ਹੋਇਆ, ਕੋਈ ਕ੍ਰਿਮੀਨਲ ਕੇਸ ਸੀ, ਤੇ ਉਹਦੇ ਵਿੱਚ ਇਹ ਤਫਤੀਸ਼ ਕਰ ਰਿਹਾ ਸਨ। ਇਹਨਾਂ ਨੇ ਦੋ ਭਰਾਵਾਂ ਨੂੰ ਬੇਗੁਨਾਹ ਤੇ ਤੀਸਰੇ ਨੂੰ, ਉਹ ਸਾਡੇ ਵੱਲ ਹੁੰਦਾ ਜਿਹੜਾ ਤਰੀਕਾ ਹੈ ਨਾ ਕਿ ਅਗਰ ਇੱਕ ਕਤਲ ਹੋ ਜਾਏ ਤੇ ਸਾਰੀ ਫੈਮਿਲੀ ਨੂੰ ਜਾਲ ਵਿੱਚ ਸੁੱਟੋ ਕਿ ਸਾਰੇ ਮਰਦ ਉਹਦੇ FIR ਵਿੱਚ ਆ ਜਾਣ। ਖਾਸ ਤੌਰ ਜਿਹੜਾ ਅੱਗੇ ਟੁਰਨ ਵਾਲਾ ਉਹਨੂੰ ਪਹਿਲਾਂ ਉਹਨੂੰ ਨਾ ਦਿਓ। ਕੋਈ ਕਿਸੇ ਨੇ ਲਲਕਾਰਾ ਮਾਰਿਆ, ਕਿਸੇ ਨੇ ਆਖਿਆ ਉਹ ਹੀ ਭੇਜ ਜਾਂਦਾ ਜੇ, ਹੋਰ ਕੁਝ ਵੀ ਨਹੀਂ, ਤੇ ਉਹਨੂੰ ਵਿੱਚ ਸ਼ਾਮਿਲ ਕਰ। ਇਹਨਾਂ ਤਫਤੀਸ਼ ਕੀਤੀ, ਦੋ ਬੇਗੁਨਾਹ, ਇੱਕ ਭਰਾ, ਇੱਕੋ ਫਾਇਰ ਹੋਇਆ, ਇੱਕੋ ਉਸਨੇ ਕੀਤਾ। ਉਹ ਸ਼ਿਕਾਇਤ ਕਰ ਦਿੱਤੀ ਮੁਦਈਆਂ ਨੇ, ਤੇ ਬੁਲਾ ਲਿਆ SP ਨੇ, ਅੰਗਰੇਜ਼ SP ਸੀ, ਉਸਨੇ ਬੁਲਾ ਲਿਆ ਚੌਧਰੀ ਸਾਹਿਬ ਨੂੰ, ਔਰ ਉਹਨੇ ਕਿਹਾ ਕਿ ਉਹਨਾਂ ਨੂੰ ਗਿਆ ਸੁਣਿਆ ਕਿ ਉਹ ਫਾਈਲ ਲੈ ਕੇ ਆਣੀ ਹੈ। ਉਹ ਲੈ ਕੇ ਗਏ। ਉਹਦੇ 'ਚ ਉਹਨਾਂ ਦੀ ਤਕਰਾਰ ਹੋ ਗਈ। ਅੰਗਰੇਜ਼ ਕਹੇ ਕਿ ਇਹ ਜੇ ਬੈਠੇ ਨੇ ਕਿ ਉਹਨਾਂ ਦੋਵਾਂ ਦਾ ਨਾਮ ਲੈਂਦੇ ਨੇ, ਔਰ ਇਹਨਾਂ ਨੂੰ ਸ਼ਾਮਿਲ ਕਰੋ। ਚੌਧਰੀ ਸਾਹਿਬ ਨੇ ਆਖਿਆ, ਜੀ ਮੈਂ ਨਹੀਂ ਕਰ ਸਕਦਾ, ਮੇਰੀ ਖਿਆਲ ਹੈ ਜੋ ਬਿਲਕੁਲ ਬੇਗੁਨਾਹ ਨੇ। ਤੇ ਉਹ ਕਿਤਲੇ ਕਹਿ ਦਿੱਤਾ, ਤੰਗ ਆ ਕੇ ਉਹ SP ਨੇ ਉਹਨੇ ਕਿਹਾ, ਯੂ ਡੈਮ ਬਾਵਲ ਬਖਸ਼। ਚੌਧਰੀ ਸਾਹਿਬ ਨੇ ਫਾਈਲ ਉਹਦੇ ਸੁੱਟੀ, ਆਖਿਆ ਯੂ ਡੈਮ, ਤੇ ਬਾਹਰ ਨਿਕਲ ਗਿਆ ਔਰ ਅਸਤੀਫਾ ਦੇ ਦਿੱਤਾ, ਛੱਡ ਦਿੱਤੀ ਮੁਲਾਜ਼ਮਤ। ਹਾਲਾਂਕਿ ਉਹਨਾਂ ਨੂੰ ਉਹ ਸਮਝਦੇ ਸਨ ਕਿ SP ਤੱਕ ਜਾਣਗੇ ਔਰ ਉਸ ਸਰਵਿਸ ਵਿੱਚ ਵੀ ਨੇਟਿਵ ਹੋਣ ਦੇ ਬਾਵਜੂਦ ਹੋ ਜਾਣਗੇ, ਪਰ ਉਹ ਛੱਡ ਕੇ ਆ ਗਏ। ਤੁਹਾਨੂੰ ਤਾਂ ਇਸ ਤਰ੍ਹਾਂ ਕਿਸੇ ਨਹੀਂ ਸੀ ਕਿਹਾ? ਤੁਸੀਂ ਵੀ CSS ਦੇ ਵਿੱਚ ਟੌਪ ਕਰਕੇ ਤੁਸੀਂ ਵੀ ਛੱਡ ਦਿੱਤਾ। ਚੌਧਰੀ ਜੀ, ਮੇਰੇ ਦਾਦਾ ਨੇ ਛੱਡੀ ਸਰਵਿਸ। ਮੇਰੇ ਵਾਲਿਦ 1946 ਵਿੱਚ ਰੈਵਨਿਊ ਅਫਸਰ ਸਨ ਮਰੀ। ਉਹ ਮਰੀ ਬੜੀ ਪ੍ਰਾਈਜ਼ ਪੋਸਟਿੰਗ ਹੁੰਦੀ ਸੀ, ਸਪੈਸ਼ਲ ਫੇਵਰੇਟ ਨੂੰ ਉੱਥੇ ਲਾਉਂਦੇ ਹੁੰਦੇ ਸਨ ਕਿ ਮਰੀ ਇੱਕ ਪੁਰਫਜ਼ਾ ਮਕਾਮ ਦਾ, ਔਰ ਅੰਗਰੇਜ਼ਾਂ ਦਾ ਇੱਥੇ ਸਮਰ ਕੈਪੀਟਲ ਹੁੰਦਾ ਸੀ। ਤੇ ਮੇਰੇ ਦਾਦਾ ਨੇ 82 ਸਾਲ ਦੀ ਉਮਰ 'ਤੇ ਕਾਇਦੇ ਆਜ਼ਮ ਦੀ ਕਾਲ 'ਤੇ ਗ੍ਰਿਫਤਾਰੀ ਦਿੱਤੀ, ਔਰ ਉਹ ਡਾਇਰੈਕਟ ਐਕਸ਼ਨ ਦੀ ਕਾਲ ਸੀ ਜਿਹੜੀ, ਜੀ ਉਹਦੇ ਤਹਿਤ ਉਹਨਾਂ ਗ੍ਰਿਫਤਾਰੀ ਦਿੱਤੀ। ਤੀਸਰੇ ਦਿਨ ਮੇਰੇ ਵਾਲਿਦ ਨੇ ਛੱਡੀ ਸਰਵਿਸ। ਉਹ ਮਰੀ ਤੋਂ ਗੁਜਰਾਤ ਪਹੁੰਚੇ, ਤੇ ਗੁਜਰਾਤ ਜਾ ਕੇ ਉਹਨਾਂ ਨੇ ਵੀ ਉਹ ਦਫਾ 144 ਤੋੜਨਾ ਹੁੰਦਾ ਸੀ,
वो गिरफ्तारी दे दी। तीसरे दिन मेरी वालदा ने गिरफ्तारी दी थी, और मेरी वालदा ने जी गिरफ्तारी दी मनु वो अपनी गोद ਯਾਨੀ ਤੁਸੀਂ ਝੋਲੀ 'ਚ ਸੌਣਾ ਦੇ मैं ਜਿਵੇਂ ਬੱਚਾ ਕਹਿੰਦਾ ਫਿਰ मैं 1 साल का सा, एक तो जरा घट सा, 11 महीने का सा, तो मनु भी नाल जेल सेंट्रल जेल गुजरात ते वो मतलब ये कि मेरे ख्याल ते मेरे ख़ानदान ने या चौधरी बालबख्श के ख़ानदान ने, चौधरी मोहम्मद हसन के ख़ानदान ने तहरीक पाकिस्तान का उम्र तरीन कम उम्र तरीन और मुअम्मर तरीन भी कैदी ਕੰਟਰੀਬਿਊਟ ਕੀਤਾ। ਯਾਨੀ ਇੱਕ ਹੀ ਟੱਬਰ ਚੋਂ ਸਭ ਤੋਂ ਛੋਟਾ ਕੈਦੀ ਵੀ ਚੌਧਰੀ ਇਤਜ਼ਾਜ਼ ਹਸਨ 11 ਮਹੀਨਿਆਂ ਦਾ ਤੇ ਚੌਧਰੀ ਬਾਵਲ ਬਖਸ਼ 82 ਸਾਲਾਂ ਦਾ। ਸੋ ਮੈਨੂੰ ਕੁਝ ਮਤਲਬ ਹੈ ਇਨਕਾਰ ਦਾ ਜਿਹੜਾ ਮਿਲਿਆ ਨਾ ਉਹ ਮੇਰੇ ਦਾਦਕੇ ਤੋਂ ਮਿਲਿਆ ਹੈ।